श्री गुरु गोबिंद सिंह जी ਦਾ ਬਚਪਨ। ਸਾਖੀ ਘੜੇ ਤੋੜਨੇ ਤੇ ਖੂਹ ਨੂੰ ਸ਼ਰਾਬ। ਬਾਲਾ ਪ੍ਰੀਤਮ ਦੀਆਂ ਬਚਪਨ ਦੀਆਂ ਖੇਡਾਂ ਵੀ ਵਚਿੱਤਰ ਸਨ। ਉਹ ਖਿਡੌਣਿਆਂ ਨਾਲ ਖੇਲਣ ਦੀ ਬਜਾਏ ਤੀਰ ਕਮਾਨ ਅਤੇ ਗੁਲੇਲ ਚਲਾਉਣ ਦਾ ਅਭਿਆਸ ਕਰਦੇ। ਗੁਰੂ ਜੀ ਜਿਸ ਹਵੇਲੀ ਵਿੱਚ ਰਹਿੰਦੇ ਸਨ, ਉਸ ਹਵੇਲੀ ਵਿੱਚ ਇੱਕ ਬੜਾ ਵੱਡਾ ਖੂਹ ਸੀ, ਜਿਸ ਦਾ ਪਾਣੀ ਬੜਾ ਸਾਫ਼ ਅਤੇ ਮਿੱਠਾ ਸੀ। ਕੁਝ ਗੁਆਂਢੀ ਸੁਆਣੀਆਂ ਉੱਥੇ ਪਾਣੀ ਭਰ ਰਹੀਆਂ ਸਨ। ਬਾਲ ਗੋਬਿੰਦ ਜੀ ਦੀਆਂ ਅੱਖਾਂ ਵਿੱਚ ਅਨੋਖੀ ਜਿਹੀ ਚਮਕ ਪੈਦਾ ਹੋ ਗਈ, ਜਿਵੇਂ ਕੋਈ ਨਵਾਂ ਖਿਆਲ, ਨਵੀਂ ਸ਼ਰਾਰਤ ਸੁੱਝੀ ਹੋਵੇ। ਕੋਲ ਹੀ ਇੱਕ ਤਾਕ ਤੇ ਉਹਨਾਂ ਦੀ ਗੁਲੇਲ ਤੇ ਮਿੱਟੀ ਦੀਆਂ ਗੋਲੀਆਂ ਰੱਖੀਆਂ ਸਨ। ਉਹਨਾਂ ਨੇ ਗੁਲੇਲ ਚੁੱਕ ਲਈ ਤੇ ਉਸ ਵਿੱਚ ਗੋਲੀ ਅਟਕਾ ਕੇ ਖੂਹ ਤੇ ਖੜੀਆਂ ਸੁਆਣੀਆਂ ਵੱਲ ਨਿਸ਼ਾਨਾ ਬੰਨ੍ਹਿਆ। ਠਾਹ ਦੀ ਆਵਾਜ਼ ਆਈ ਤੇ ਗੋਲੀ ਇੱਕ ਜ਼ਨਾਨੀ ਦੇ ਸਿਰ ਤੇ ਰੱਖੇ ਘੜੇ ਵਿੱਚ ਵੱਡਾ ਸਾਰਾ ਮੋਗਰਾ ਬਣਾਉਣ ਦੀ ਪਾਰ ਹੋ ਗਈ। ਬਾਲ ਗੋਬਿੰਦ ਜੀ ਮੁਸਕਰਾ ਕੇ ਮਾਤਾ ਜੀ ਵੱਲ ਵੇਖਦੇ ਕਹਿਣ ਲੱਗੇ, ਅਸੀਂ ਪਾਪ ਦੇ ਘੜੇ ਨੂੰ ਇਵੇਂ ਹੀ ਤੋੜ ਕੱਟਣਾ ਏ। ਮਾਤਾ ਜੀ ਹੈਰਾਨੀ ਵਿੱਚ ਭਰੇ, ਪੁੱਤਰ ਦੇ ਮੂੰਹ ਵੱਲ ਵੇਖੀ ਜਾਣ। ਵਿਸਮਾਦ, ਪ੍ਰਸ਼ੰਸਾ, ਗਰਵ, ਤੌਖਲਾ, ਭੈ ਤੇ ਖਬਰੇ ਹੋਰ ਕਿਹੜੇ ਭਾਵ ਉਹਨਾਂ ਦੇ ਮਨ ਵਿੱਚ ਇੱਕੋ ਸਮੇਂ ਉੱਠਣ ਲੱਗੇ। ਇਹ ਲੀਨਤਾ ਉਸ ਸਮੇਂ ਟੁੱਟੀ ਜਦੋਂ ਉਹ ਸੁਆਣੀ, ਜਿਸ ਦਾ ਘੜਾ ਟੁੱਟਾ ਸੀ, ਉਹਨਾਂ ਦੇ ਕੋਲ ਆ ਕੇ ਉਲਾਂਭਾ ਦੇਣ ਲੱਗੀ, ਵੇਖੋ ਨਾ, ਮਾਤਾ ਜੀ। ਤੇ ਮਾਤਾ ਜੀ ਨੇ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਅੰਦਰੋਂ ਨਵਾਂ ਘੜਾ ਲਿਆ ਕੇ ਉਸ ਦੇ ਅੱਗੇ ਰੱਖ ਦਿੱਤਾ ਤੇ ਪੁੱਤਰ ਨੂੰ ਡਾਂਟਣ ਲਈ ਉਹਦੇ ਵੱਲ ਪਰਤੇ। ਪਰ ਬਾਲ ਗੋਬਿੰਦ ਰਾਏ ਉਸ ਵੇਲੇ ਤੱਕ ਛੱਤ ਤੇ ਪਹੁੰਚ ਚੁੱਕੇ ਸਨ। ਉਹਨਾਂ ਨੂੰ ਇਸ ਸ਼ਰਾਰਤ ਵਿੱਚ ਬੜਾ ਮਜ਼ਾ ਆਇਆ ਸੀ। ਉਹ ਬਨੇਰੇ ਦੇ ਓਹਲੇ ਖਲੋ ਗਏ ਤੇ ਲੱਗੇ ਗੁਲੇਲ ਦੇ ਨਿਸ਼ਾਨੇ ਬੰਨ੍ਹਣ। ਕੋਈ ਘੜਾ ਕਿਸੇ ਸੁਆਣੀ ਦੀ ਬਗਲ ਵਿੱਚ ਫੁੱਟਾ, ਕੋਈ ਮੋਢੇ ਤੇ ਕੋਈ ਸਿਰ ਉੱਪਰ। ਪਾਣੀ ਨਾਲ ਕਿਸੇ ਮੁਟਿਆਰ ਦੇ ਵਾਲ ਗੜੂੰਦੇ ਗਏ, ਕਿਸੇ ਦੀ ਚੋਲੀ ਸਾੜੀ ਤੇ ਕਿਸੇ ਦਾ ਕੁੜਤਾ ਘੱਗਰਾ। ਸਭੇ ਭੜਕਣ, ਕਲਪਣ ਲੱਗੀਆਂ। ਮਾਤਾ ਜੀ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਸ਼ਾਂਤ ਕੀਤਾ ਤੇ ਘੜਿਆਂ ਦੇ ਪੈਸੇ ਦੇ ਕੇ ਤੋਰ ਦਿੱਤਾ। ਫਿਰ ਉਹਨਾਂ ਨੇ ਪੁੱਤਰ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕੀਤਾ, ਪਰ ਪੁੱਤਰ ਜੀ ਉਹਨਾਂ ਦੀ ਗੱਲ ਕਦੋਂ ਸੁਣਦੇ ਪਏ ਸਨ। ਉਹ ਤਾਂ ਉਹਨਾਂ ਦੇ ਮੋਢੇ ਨਾਲ ਸਿਰ ਜੋੜ ਕੇ ਬਾਲ ਨੀਂਦਰ ਵਿੱਚ ਗੁਆਚ ਚੁੱਕੇ ਸਨ। ਤੇ ਅਗਲੇ ਦਿਨ ਫੇਰ ਉਹੀ ਖੇਡ, ਉਹੀ ਸ਼ਰਾਰਤ, ਤੇ ਉਸ ਤੋਂ ਅਗਲੇ ਦਿਨ ਵੀ। ਪਤਾ ਨਹੀਂ, ਬਾਲ ਗੋਬਿੰਦ ਨੂੰ ਇਸ ਖੇਡ ਵਿੱਚ ਕੀ ਆਨੰਦ ਆਉਂਦਾ ਸੀ ਕਿ ਉਹ ਇਸ ਨੂੰ ਛੱਡਦੇ ਹੀ ਨਹੀਂ ਸਨ। ਤਦ ਮਾਤਾ ਜੀ ਦੇ ਕਹਿਣ ਤੇ ਸੁਆਣੀਆਂ ਮੁਟਿਆਰਾਂ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਲੈ ਕੇ ਆਉਣ ਲੱਗੀਆਂ। ਹੁਣ ਵੇਖਾਂਗੀਆਂ, ਤੂੰ ਕਿਵੇਂ ਤੋੜਨਾ ਏ ਪਿੱਤਲ ਦੀਆਂ ਗਾਗਰਾਂ ਨੂੰ। ਇੱਕ ਚੰਚਲ ਮੁਟਿਆਰ ਨੇ ਗੋਬਿੰਦ ਜੀ ਨੂੰ ਵੰਗਾਰ ਦਿੱਤੀ, ਵੱਡਾ ਆਇਆ ਸੀ ਨਿਸ਼ਾਨੇਬਾਜ਼। ਬਾਲ ਗੋਬਿੰਦ ਰਾਏ ਦਾ ਚਿਹਰਾ ਲਾਲ ਹੋ ਗਿਆ, ਜੋਸ਼ ਨਾਲ। ਉਹ ਚੁੱਪਚਾਪ ਪਿਛਾਂ ਨੂੰ ਪਰਤੇ। ਅਗਲੇ ਪਲ ਉਹ ਤੀਰ ਕਮਾਨ ਸਜਾਈ ਛੱਤ ਦੇ ਬਨੇਰੇ ਤੇ ਖੜੇ ਸਨ। ਐਨ ਉਸ ਵੇਲੇ ਜਦੋਂ ਉਹ ਮੁਟਿਆਰ ਪਾਣੀ ਦੀ ਗਾਗਰ ਸਿਰ ਤੇ ਰੱਖੀ ਖੂਹ ਤੋਂ ਹੇਠਾਂ ਉਤਰ ਰਹੀ ਸੀ, ਇੱਕ ਤੀਰ ਸੂੰ ਕਰਦਾ ਉਸ ਦੀ ਗਾਗਰ ਦੇ ਵਿੱਚ ਆ ਕੇ ਖੁੱਭਾ। ਮੁਟਿਆਰ ਚੀਕ ਮਾਰ ਕੇ ਉੱਥੇ ਹੀ ਬੈਠ ਗਈ। ਪਾਣੀ ਫਰਨ ਉਸ ਦੇ ਮੋਢਿਆਂ ਉੱਤੋਂ ਦੀ ਵਗ ਤੁਰਿਆ। ਉਸ ਦਿਨ ਕੋਈ ਵੀ ਗਾਗਰ ਸਾਬਤ ਨਾ ਬਚ ਸਕੀ। ਹੁਣ ਤਾਂ ਇਹ ਮਾਤਾ ਜੀ ਲਈ ਅਸਹਿ ਹੋ ਉੱਠਾ। ਉਹ ਗੁੱਸੇ ਵਿੱਚ ਭਰੇ ਛੱਤ ਤੇ ਗਏ ਤਾਂ ਜੋ ਪੁੱਤਰ ਨੂੰ ਫੜ ਕੇ ਚੰਗੀ ਤਰ੍ਹਾਂ ਡਾਂਟਣ। ਪਰ ਬਾਲ ਗੋਬਿੰਦ ਜੀ ਉੱਥੇ ਕਿੱਥੇ ਸਨ। ਉਹ ਤਾਂ ਨਾਲ ਦੇ ਘਰਾਂ ਦੀਆਂ ਛੱਤਾਂ ਟੱਪਦੇ ਬਾਹਰ ਦੌੜ ਗਏ ਸਨ। ਮਾਤਾ ਜੀ ਭਰੇ ਪੀਤੇ ਹੇਠਾਂ ਉਤਰ ਆਏ। ਉਹਨਾਂ ਨੇ ਗੁਆਂਢਣਾਂ ਨੂੰ ਤਾਂ ਪੈਸੇ ਦੇ ਕੇ ਉਹਨਾਂ ਦਾ ਘਰ ਪੂਰ ਦਿੱਤਾ, ਪਰ ਦਿਲ ਵਿੱਚ ਛਿੱਥੇ ਪੈ ਕੇ ਕਹਿਣ ਲੱਗੇ, ਵਾਹਿਗੁਰੂ ਕਰੇ, ਇਸ ਖੂਹ ਦਾ ਪਾਣੀ ਹੀ ਖਾਰਾ ਹੋ ਜਾਏ, ਤਾਂ ਕਿ ਨਾ ਕੋਈ ਇੱਥੇ ਪਾਣੀ ਭਰਨ ਆਵੇ ਤੇ ਨਾ ਸਾਨੂੰ ਨਿਤ ਉਲਾਂਭੇ ਮਿਲਣ। ਤੇ ਪਤਾ ਨਹੀਂ, ਇਹ ਵਾਹਿਗੁਰੂ ਵੱਲੋਂ ਕੋਈ ਪਾਣਾ ਵਰਤ ਗਿਆ, ਜਾਂ ਮਾਤਾ ਜੀ ਨੇ ਆਪ ਕੋਈ ਰਸਾਇਣਕ ਪਦਾਰਥ ਖੂਹ ਵਿੱਚ ਸੁਟਵਾ ਦਿੱਤੇ ਕਿ ਖੂਹ ਦਾ ਜਲ ਸੱਚਮੁੱਚ ਕੁਝ ਦਿਨਾਂ ਵਿੱਚ ਖਾਰਾ ਹੋ ਗਿਆ। ਸਾਖੀ ਅੱਖਾਂ ਦੀ ਜੋਤ ਬਖਸ਼ਨੀ। ਬਾਲ ਗੋਬਿੰਦ ਬੜੇ ਮਿੱਠੇ ਤੇ ਹਸੰਦਰੇ ਸੁਭਾਅ ਦੇ ਸਨ। ਉਹ ਖੇਡਾਂ ਵਿੱਚ ਨਿੱਕੀਆਂ ਅਨੋਖੀਆਂ ਖੇਡਾਂ ਕਰ ਜਾਂਦੇ। ਉਹਨਾਂ ਦੇ ਗੁਆਂਢ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਸੀ। ਵਿਚਾਰੀ ਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ। ਇੱਕ ਦਿਨ ਆਪ ਖੇਡਦੇ ਉਸ ਦੇ ਵਿਹੜੇ ਵਿੱਚ ਜਾ ਵੜੇ ਤੇ ਬੁੱਢੀ ਮਾਈ ਦੇ ਮੁੱਢੇ ਤੇ ਪੂਣੀਆਂ ਖਿਲਾਰ ਦਿੱਤੀਆਂ। ਮਾਈ ਬੜੀ ਖਿਝੀ ਤੇ ਬੁੜ ਕਰਨ ਲੱਗੀ। ਆਪ ਨੂੰ ਉਸ ਦੀ ਖਿਝ ਅਤੇ ਬੁੜ ਤੋਂ ਅਨੋਖਾ ਜਿਹਾ ਰਸ ਆਇਆ ਤੇ ਰੋਜ਼ ਇਹੀ ਕੌਤਕ ਕਰਨ ਲੱਗੇ। ਇੱਕ ਦਿਨ ਮਾਈ ਨੇ ਉਹਨਾਂ ਨੂੰ ਡਰਾਉਣ ਲਈ ਇੱਕ ਸੋਟੀ ਕੋਲ ਰੱਖ ਲਈ। ਪਰ ਆਪ ਕਿਹੜੇ ਘੱਟ ਸਨ। ਛੋਪਲੇ ਜਿਹੇ ਮਾਈ ਦੇ ਪਿੱਛੇ ਜਾ ਕੇ ਸੋਟੀ ਖਿਸਕਾ ਲਈ ਤੇ ਸੋਟੀ ਨਾਲ ਪੂਣੀਆਂ ਦੀ ਪੱਛੀ ਹਵਾ ਵਿੱਚ ਉਛਾਲ ਦਿੱਤੀ ਤੇ ਸੂਤਰ ਦੇ ਗੋਲੇ ਖਿੱਦੂ ਵਾਂਗ ਠਕੋਰਦਿਆਂ ਵਿਹੜੇ ਵਿੱਚ ਖਿਲਾਰ ਦਿੱਤੇ ਤੇ ਆਪ ਇਹ ਜਾ ਉੱਥੋਂ ਹਨ ਹੋ ਗਏ। ਮਾਈ ਬੜੀ ਛੇਤੀ ਪਾਈ ਤੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕਰਨ ਲੱਗੀ। ਆਪ ਮਾਤਾ ਜੀ ਦੀ ਪਿੱਠ ਲੁਕ ਗਏ ਤੇ ਉਹਨਾਂ ਦੇ ਮੋਢਿਆਂ ਤੋਂ ਚਾਕ ਕੇ
ਮਾਈ ਨੂੰ ਦਿਵਦ੍ਰਿਸ਼ਟੀ ਨਾਲ ਨਿਹਾਲ ਕਰ ਦਿੱਤਾ ਤੇ ਅੱਖਾਂ ਦੀ ਜੋਤ ਬਖਸ਼ ਦਿੱਤੀ। ਮਾਈ ਨੂੰ ਜਦ ਅੱਖਾਂ ਦੀ ਜੋਤ ਮਿਲੀ ਤੇ ਉਹ ਬਾਲ ਗੋਬਿੰਦ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ ਅਤੇ ਅਸੀਸਾਂ ਦਿੰਦੀ ਹੋਈ ਵਾਰਨੇ ਤੇ ਕੁਰਬਾਨ ਜਾਣ ਲੱਗੀ। ਮਾਤਾ ਜੀ ਇਹ ਮਾਸੂਮ ਕੌਤਕ ਵੇਖ ਹੈਰਾਨ ਹੋਏ। ਸਾਖੀ ਪੁੱਤਰਾਂ ਦਾ ਵਰ। ਪਟਨਾ ਨਗਰ ਵਿੱਚ ਧਨੀ ਵਪਾਰੀ ਰਹਿੰਦਾ ਸੀ। ਉਹਨਾਂ ਦੇ ਪਿਤਾ ਨੇ ਇੱਕ ਬੇੜੀ ਤਿਆਰ ਕਰਵਾਈ ਜੋ ਅਤਿ ਸੁੰਦਰ ਸੀ। ਉਸਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਰਲ ਕੇ ਸੈਰ ਕਰੀਏ। ਇਸ ਤੇ ਸਾਰੇ ਸੈਰ ਕਰਨ ਲਈ ਗੰਗਾ ਦੇ ਕਿਨਾਰੇ ਪਹੁੰਚ ਗਏ। ਬੇੜੀ ਵਿੱਚ ਬੈਠ ਗਏ। ਬੇੜੀ ਆਸਤਾ ਚੱਲ ਪਈ, ਪਰੰਤੂ ਅਜੇ ਥੋੜੀ ਦੂਰ ਹੀ ਗਈ ਸੀ ਕਿ ਗੰਗਾ ਦੀਆਂ ਛੱਲਾਂ ਨੇ ਘੇਰ ਲਿਆ। ਮੱਲਾਂ ਨੇ ਬੜਾ ਯਤਨ ਕੀਤਾ ਪਰ ਨਿਸਫਲ। ਅਖੀਰ ਜਦੋਂ ਕੋਈ ਰਾਹ ਨਾ ਦਿਸਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ। ਮਾਮਾ ਕਿਰਪਾਲ ਦਾਸ ਨੇ ਸਤਿਗੁਰਾਂ ਅੱਗੇ ਅਰਦਾਸ ਕੀਤੀ। ਇਸ ਤੇ ਸ਼ਹਿਜ਼ਾਦਾ ਗੋਬਿੰਦ ਰਾਏ ਜੀ ਨੇ ਆਪਣੇ ਚਰਨਾਂ ਦੀ ਛੋਹ ਨਾਲ ਗੰਗਾ ਨੂੰ ਰੋਕ ਦਿੱਤਾ। ਇਹ ਕੌਤਕ ਦੇਖ ਕੇ ਸਾਹੂਕਾਰ ਦਾ ਪੁੱਤਰ ਬੜਾ ਸ਼ਰਧਾਵਾਨ ਹੋ ਗਿਆ ਅਤੇ ਉਹਨਾਂ ਦਾ ਸੇਵਕ ਬਣ ਗਿਆ। ਸੇਠ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਉਸ ਦੀ ਨੂੰਹ ਦੇ ਘਰ ਕੋਈ ਬਾਲ ਨਹੀਂ ਸੀ ਹੁੰਦਾ। ਉਸਨੇ ਆਪਣੀ ਪਤਨੀ ਨੂੰ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ। ਸੇਠਾਣੀ ਆਪਣੀ ਨੂੰਹ ਨੂੰ ਲੈ ਕੇ ਮਾਤਾ ਜੀ ਕੋਲ ਆਈ। ਬਾਲ ਗੋਬਿੰਦ ਮਾਤਾ ਜੀ ਦੀ ਗੋਦ ਵਿੱਚ ਬੈਠੇ ਸਨ। ਸੇਠਾਣੀ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਸਿਫਾਰਸ਼ ਕਰਨ ਕਿ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇਣ। ਸੇਠਾਣੀ ਦੇ ਨਾਲ ਉਸ ਦੀਆਂ ਦਰਾਣੀਆਂ ਜਠਾਣੀਆਂ ਵੀ ਆਈਆਂ ਸਨ। ਉਹਨਾਂ ਨੇ ਵੀ ਬਾਲ ਗੁਰੂ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਈਆਂ ਹਾਂ, ਸਾਡੀ ਨੂੰਹ ਨੂੰ ਪੁੱਤਰ ਦਾ ਵਰ ਬਖਸ਼ੋ। ਬਾਲ ਗੁਰੂ ਕੁਝ ਪਲ ਚੁੱਪਚਾਪ ਉਹਨਾਂ ਵੱਲ ਵੇਖਦੇ ਰਹੇ, ਫਿਰ ਕਹਿਣ ਲੱਗੇ ਕਿ ਜੇ ਇਹ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਹਨ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਹੈ ਉਹ ਗੁਰੂ ਘਰ ਨੂੰ ਭੇਟਾ ਦੇ ਦੇਣ, ਫਿਰ ਅਸੀਂ ਪੁੱਤਰ ਦਾ ਵਰ ਦਿਆਂਗੇ। ਇਸਤਰੀਆਂ ਖੁਸ਼ ਹੋ ਗਈਆਂ ਤੇ ਉਹਨਾਂ ਨੇ ਬਜਰਾ ਦੇਣਾ ਪ੍ਰਵਾਨ ਕਰ ਲਿਆ। ਤਦ ਆਪ ਮਾਤਾ ਜੀ ਦੀ ਝੋਲੀ ਵਿੱਚੋਂ ਉੱਠ ਕੇ ਸੇਠਾਣੀ ਦੀ ਨੂੰਹ ਕੋਲ ਗਏ ਤੇ ਹੱਥ ਦੀ ਖੁੰਡੀ ਨਾਲ ਉਸ ਦੇ ਸਿਰ ਨੂੰ 5 ਵਾਰ ਪੋਲੇ ਜਿਹੇ ਠਕੋਰਿਆ ਤੇ ਫੁਰਮਾਇਆ, ਇਸ ਦੇ ਘਰ 5 ਪੁੱਤਰ ਹੋਣਗੇ। ਇਸਤਰੀਆਂ ਨਿਹਾਲ ਹੋ ਗਈਆਂ ਤੇ ਕਈ ਤਰ੍ਹਾਂ ਦੀਆਂ ਸੁਗਾਤਾਂ ਜੋ ਨਾਲ ਲਿਆਈਆਂ ਸਨ ਬਾਲਾ ਜੀ ਨੂੰ ਭੇਟ ਕਰਕੇ ਖੁਸ਼ੀ ਵਾਪਸ ਪਰਤੀਆਂ। ਇਸੇ ਤਰ੍ਹਾਂ ਜੋ ਵੀ ਸ਼ਰਧਾਵਾਨ ਨਰ ਨਾਰੀ ਸ਼ਰਧਾ ਧਾਰ ਕੇ ਬਾਲ ਗੁਰੂ ਪਾਸ ਆਉਂਦਾ, ਆਪ ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ।